वाहिगुरु जी का खालसा वाहिगुरु जी की फतेह। Welcome once again my dear students in the social science class. I hope all of you will be fine. In today's class we will discuss fourth chapter of economics, globalization and Indian economy. ਵਿਸ਼ਵੀਕਰਨ ਅਤੇ ਭਾਰਤੀ ਆਰਥਿਕਤਾ। ਗਲੋਬਲਾਈਜੇਸ਼ਨ ਇੱਕ ਅਜਿਹਾ ਪ੍ਰੋਸੈਸ ਹੈ ਜਿਸ ਦੇ ਨਾਲ ਤੇਜ਼ੀ ਦੇ ਨਾਲ ਸਾਰੇ ਵਰਲਡ ਦੇ ਕੰਟਰੀਜ਼ ਆਪਸ ਵਿੱਚ ਜੁੜੇ ਨੇ। जुड़े हुए का मतलब ये नहीं कि इन्होंने कंट्रीज़ ਦੇ ਵਿੱਚ कोई बाउंड्रीज नहीं आ। जुड़े होने का मतलब कि इन्होंने कंट्रीज़ ने अपने नीड्स पूरियां करने वास्ते पहला नालों ज़्यादा ट्रेड करना शुरू कर दिता है, जिस नाल इन्हां दा आपसी मेल जोल वध गया है। On the very first page of chapter, they explain us that as a customer we have lot of choices when we go to the market to buy anything. ਐਗਜ਼ੈਂਪਲ ਦੇ ਤੌਰ 'ਤੇ ਅਸੀਂ ਮਾਰਕੀਟ ਦੇ ਮੋਬਾਈਲ, ਕੈਮਰਾ, ਟੈਲੀਵਿਜ਼ਨ ਕੁਛ ਵੀ ਪ੍ਰੋਡਕਟ ਲੈਣ ਚੱਲ ਜਾਈਏ, ਕਲੋਥਸ ਲੈਣ ਚੱਲ ਜਾਈਏ ਤਾਂ ਮਾਰਕੀਟ ਦੇ ਵਿੱਚ ਇਹ ਸਾਰੇ ਪ੍ਰੋਡਕਟ ਬਹੁਤ ਸਾਰੀਆਂ ਡਿਫਰੈਂਟ ਕੰਪਨੀਜ਼ ਵੱਲੋਂ ਅਵੇਲੇਬਲ ਹੋਣਗੇ। ਇਸ ਤੋਂ ਇਲਾਵਾ ਅਗਰ ਅਸੀਂ ਆਟੋਮੋਬਾਈਲ ਕੰਪਨੀਜ਼ ਦੀ ਗੱਲ ਕਰੀਏ ਤਾਂ ਹਰੇਕ ਆਟੋਮੋਬਾਈਲ ਕੰਪਨੀ ਵੱਲੋਂ ਐਵਰੀ ਸੀਜ਼ਨ ਦੇ ਵਿੱਚ ਕੋਈ ਨਾ ਕੋਈ ਆਪਣੀ ਨਿਊ ਬਾਈਕ, ਕਾਰ, ਟਰੱਕ ਐਕਸੈਟਰਾ ਲਾਂਚ ਕਰ ਦਿੱਤਾ ਜਾਂਦਾ ਹੈ ਤਾਂ ਕਿ ਉਹ ਮਾਰਕੀਟ ਦੇ ਵਿੱਚ ਆਪਣਾ ਕੰਪੀਟੀਸ਼ਨ ਬਣਾ ਕੇ ਰੱਖ ਸਕਣ। ਇੰਡੀਅਨ ਮਾਰਕੀਟ ਵਿੱਚ ਅੱਜ ਹਰੇਕ ਕੰਪਨੀ ਦੀ ਹਰੇਕ ਲਗਜ਼ਰੀ ਕਾਰ ਮੌਜੂਦ ਹੈ। ਉਹ ਦਿਨ ਹੁਣ ਨਹੀਂ ਰਹੇ ਜਦੋਂ ਇੰਡੀਆ ਦੇ ਰੂਟ 'ਤੇ ਸਿਰਫ ਫੀਐਟ ਐਂਡ ਅੰਬੈਸਡਰ ਕਾਰ ਹੀ ਜਿਹੜੀ ਦਿਖਾਈ ਦਿੰਦੀ ਸੀ। ਮਾਰਕੀਟ ਦੇ ਵਿੱਚ ਜੋ ਇਹ ਰੈਪਿਡਲੀ ਚੇਂਜਿਸ ਆਈ ਹੈ, ਇਹ ਸਾਰਾ ਕੁਝ ਲਾਸਟ 2 ਡਿਕੇਡਸ 20 ਈਅਰਸ ਦੇ ਦੌਰਾਨ ਹੀ ਹੋਇਆ ਹੈ। ਅੱਜ ਤੋਂ 20 ਈਅਰਸ ਪਹਿਲਾਂ ਦੇਖਿਆ ਜਾਵੇ ਉਦੋਂ ਮਾਰਕੀਟ ਦੇ ਵਿੱਚ ਸਾਡੇ ਕੋਲ ਲਿਮਟਿਡ ਚੋਇਸਿਸ ਅਵੇਲੇਬਲ ਸਨ। ਇੰਨੀਆਂ ਜ਼ਿਆਦਾ ਕੰਪਨੀਜ਼ ਨਹੀਂ ਸਨ ਜੋ ਮਾਰਕੀਟ ਵਿੱਚ ਆਪਣੇ ਪ੍ਰੋਡਕਟ ਸੇਲ ਕਰਦੀਆਂ ਹੋਣ। ਕੁਝ ਹੀ ਸਾਲਾਂ ਦੇ ਦੌਰਾਨ ਸਾਡੀਆਂ ਇਹ ਮਾਰਕੀਟਸ ਜਿਹੜੀਆਂ ਉਹ ਚੇਂਜ ਹੋ ਗਈਆਂ ਨੇ। ਇਹ ਜੋ ਤੇਜ਼ੀ ਦੇ ਨਾਲ ਬਦਲਾਅ ਹੈ, ਅਸੀਂ ਇਸ ਨੂੰ ਕਿਵੇਂ ਸਮਝ ਸਕਦੇ ਹਾਂ ਜਾਂ ਕਿਹੜੇ ਫੈਕਟਰਸ ਹੈ ਜਿਨ੍ਹਾਂ ਨੇ ਇਹ ਚੇਂਜਿਸ ਲਿਆਂਦੀਆਂ ਹੈ। ਇਹ ਚੇਂਜਿਸ ਆਉਣ ਦੇ ਨਾਲ ਲੋਕਾਂ ਦੀ ਪੀਪਲ ਦੀ ਲਾਈਫ ਦੇ ਉੱਪਰ ਕੀ ਇਫੈਕਟ ਪਿਆ, ਇਹ ਸਾਰੇ ਕੁਐਸਚਨ ਦੇ ਆਨਸਰ ਅਸੀਂ ਇਸ ਲੈਸਨ ਵਿੱਚੋਂ ਫਾਈਂਡ ਆਊਟ ਕਰਾਂਗੇ। ਨੈਕਸਟ ਟੌਪਿਕ ਸਾਡੇ ਕੋਲ ਆ ਜਾਂਦਾ ਹੈ ਪ੍ਰੋਡਕਸ਼ਨ ਅਕ੍ਰੋਸ ਕੰਟਰੀਜ਼ ਦੇ ਵਿੱਚ ਉਤਪਾਦਨ। ਇਸ ਪੈਰਾਗ੍ਰਾਫ ਦੇ ਵਿੱਚ ਐਕਸਪਲੇਨ ਕੀਤਾ ਗਿਆ ਹੈ ਕਿ 20th ਸੈਂਚੁਰੀ ਦੇ ਮਿਡਲ ਤੱਕ ਹਰੇਕ ਕੰਟਰੀ ਵੱਲੋਂ ਆਪਣੇ ਕੰਟਰੀ ਦੇ ਵਿੱਚ ਹੀ ਪ੍ਰੋਡਕਸ਼ਨ ਕੀਤੀ ਜਾਂਦੀ ਸੀ। ਆਪਣੀ ਨੀਡ ਨੂੰ ਪੂਰਾ ਕਰਨ ਵਾਸਤੇ ਕੰਟਰੀਜ਼ ਵੱਲੋਂ ਰॉ ਮਟੀਰੀਅਲ, ਫੂਡ ਸਟੱਫ ਜਾਂ ਫਿਨਿਸ਼ਡ ਪ੍ਰੋਡਕਟ ਜੋ ਵੀ ਪ੍ਰੋਡਕਟ ਤਿਆਰ ਹੁੰਦੇ ਨੇ ਉਹਨਾਂ ਨੂੰ ਇੰਪੋਰਟ ਜਾਂ ਐਕਸਪੋਰਟ ਕੀਤਾ ਜਾਂਦਾ ਸੀ। ਪ੍ਰੋਡਕਸ਼ਨ ਕਰਨ ਵਾਲੀਆਂ ਕੰਪਨੀਜ਼ ਆਪਣੀ ਕੰਟਰੀ ਦੇ ਵਿੱਚ ਰਹਿ ਕੇ ਪ੍ਰੋਡਕਸ਼ਨ ਕਰਦੀਆਂ ਸੀ, ਆਪਣੇ ਯੂਨਿਟ ਕਿਸੇ ਦੂਸਰੇ ਕੰਟਰੀ ਵਿੱਚ ਐਸਟੈਬਲਿਸ਼ ਨਹੀਂ ਸੀ ਕਰਦੀਆਂ। ਦੂਰ ਵਸਦੇ ਹੋਏ ਕੰਟਰੀਜ਼ ਟ੍ਰੇਡ ਦੇ ਮਾਧਿਅਮ ਰਾਹੀਂ ਇੱਕ ਦੂਸਰੇ ਨਾਲ ਜੁੜੇ ਹੋਏ ਸਨ। ਇਹ ਉਹ ਸਮਾਂ ਸੀ ਜਦੋਂ ਮਲਟੀਨੈਸ਼ਨਲ ਕੰਪਨੀਜ਼ ਅਜੇ ਨਹੀਂ ਸੀ ਆਈਆਂ। ਮਲਟੀਨੈਸ਼ਨਲ ਕੰਪਨੀ ਉਹ ਕੰਪਨੀ ਹੁੰਦੀ ਹੈ ਜਿਸ ਨੇ ਆਪਣੀਆਂ ਬ੍ਰਾਂਚਿਸ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਐਸਟੈਬਲਿਸ਼ ਕੀਤੀਆਂ ਹੋਣ। ਜਿਵੇਂ ਐਗਜ਼ੈਂਪਲ ਦੇ ਤੌਰ 'ਤੇ ਇੰਡੀਆ ਦੇ ਵਿੱਚ ਮਹਿੰਦਰਾ ਆਟੋਮੋਬਾਈਲ ਕੰਪਨੀ ਹੈ। ਇਸ ਕੰਪਨੀ ਵੱਲੋਂ ਇੰਡੀਆ ਤੋਂ ਇਲਾਵਾ ਅਗਰ ਪਾਕਿਸਤਾਨ, ਬੰਗਲਾਦੇਸ਼, UK, ਅਮਰੀਕਾ ਵਿੱਚ ਕਿਤੇ ਵੀ ਆਪਣੀਆਂ ਕੰਪਨੀ ਐਸਟੈਬਲਿਸ਼ ਕਰਕੇ ਮਹਿੰਦਰਾ ਬ੍ਰਾਂਡ ਨੇਮ 'ਤੇ ਟਰੱਕ, ਕਾਰ ਜਾਂ ਟਰੈਕਟਰ ਤਿਆਰ ਕੀਤੇ ਜਾਂਦੇ ਨੇ ਤਾਂ ਅਸੀਂ ਇਸ ਨੂੰ ਮਲਟੀਨੈਸ਼ਨਲ ਕੰਪਨੀ ਆਖ ਸਕਦੇ ਹਾਂ ਜੋ ਕਿ ਇੱਕ ਤੋਂ ਜ਼ਿਆਦਾ ਕੰਟਰੀਜ਼ ਵਿੱਚ ਆਪਣੀ ਪ੍ਰੋਡਕਸ਼ਨ ਕਰਦੀ ਪਈ ਹੈ। ਮਲਟੀਨੈਸ਼ਨਲ ਕੰਪਨੀ ਵੱਲੋਂ ਉਸ ਇਲਾਕੇ ਦੇ ਵਿੱਚ ਆਪਣੀ ਯੂਨਿਟ ਐਸਟੈਬਲਿਸ਼ ਕੀਤੀ ਜਾਂਦੀ ਹੈ ਜਿੱਥੇ ਉਹਨਾਂ ਨੂੰ ਚੀਪ ਲੇਬਰ, ਸਸਤੀ ਲੇਬਰ ਅਤੇ ਉਹਨਾਂ ਦੀ ਪ੍ਰੋਡਕਸ਼ਨ ਦੇ ਨਾਲ ਸੰਬੰਧਿਤ ਰॉ ਮਟੀਰੀਅਲ ਈਜੀ ਅਤੇ ਚੀਪ ਅਵੇਲੇਬਲ ਹੋਵੇ। ਕੰਪਨੀ ਵੱਲੋਂ ਅਜਿਹਾ ਤਾਂ ਕਰਕੇ ਕੀਤਾ ਜਾਂਦਾ ਹੈ ਕਿ ਉਹਨਾਂ ਦੀ ਪ੍ਰੋਡਕਸ਼ਨ 'ਤੇ ਹੋਣ ਵਾਲਾ ਖਰਚ ਕੋਸਟ ਘੱਟ ਜਾਵੇ ਅਤੇ ਉਸ ਪ੍ਰੋਡਕਸ਼ਨ ਤੋਂ ਬਣੇ ਪ੍ਰੋਡਕਟ ਨੂੰ ਸੇਲ ਕਰਨ 'ਤੇ ਉਹਨਾਂ ਨੂੰ ਵੱਧ ਪ੍ਰੋਫਿਟ ਪ੍ਰਾਪਤ ਹੋਵੇ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਸਪਰੈਡਿੰਗ ਆਫ ਪ੍ਰੋਡਕਸ਼ਨ ਬਾਏ ਐਨ MNC। ਇਸ ਵਿੱਚ ਉਹਨਾਂ ਨੇ ਇੱਕ ਕੰਪਨੀ ਦੀ ਐਗਜ਼ੈਂਪਲ ਦੇ ਕੇ ਸਾਨੂੰ ਐਕਸਪਲੇਨ ਕੀਤਾ ਹੈ ਕਿ ਕਿਵੇਂ ਮਲਟੀਨੈਸ਼ਨਲ ਕੰਪਨੀ ਵੱਲੋਂ ਆਪਣੀ ਪ੍ਰੋਡਕਸ਼ਨ ਜਿਹੜੀ ਆ ਸਪਰੈਡ ਕੀਤੀ ਜਾਂਦੀ ਹੈ। ਇਸ ਪੈਰਾਗ੍ਰਾਫ ਵਿੱਚ ਕਿਹਾ ਗਿਆ ਹੈ ਕਿ ਇੱਕ ਵੱਡੀ MNC ਕੰਪਨੀ ਹੈ ਜੋ ਕਿ ਇੰਡਸਟਰੀ ਵਾਸਤੇ ਇਕਵਿਪਮੈਂਟ ਸਮਾਨ ਤਿਆਰ ਕਰਦੀ ਹੈ। ਇਸ ਵੱਲੋਂ ਜੋ ਵੀ ਸਮਾਨ ਤਿਆਰ ਕੀਤਾ ਜਾਂਦਾ ਹੈ ਉਹਦਾ ਡਿਜ਼ਾਈਨ ਯੂਨਾਈਟਿਡ ਸਟੇਟ ਵਿੱਚ ਤਿਆਰ ਕੀਤਾ ਜਾਂਦਾ ਹੈ। ਤਿਆਰ ਕੀਤੇ ਡਿਜ਼ਾਈਨ ਅਨੁਸਾਰ ਇਹ ਸਮਾਨ ਫਿਰ ਚਾਈਨਾ ਵਿੱਚ ਆਣ ਕੇ ਮੈਨੂਫੈਕਚਰ ਬਣਾਇਆ ਜਾਂਦਾ ਹੈ। ਮੈਨੂਫੈਕਚਰ ਕੀਤਾ ਹੋਇਆ ਇਹ ਸਮਾਨ ਬਾਅਦ ਵਿੱਚ ਮੈਕਸੀਕੋ ਐਂਡ ਯੂਰਪ ਦੇ ਵਿੱਚ ਇਕੱਠਾ ਕਰ ਲਿਆ ਜਾਂਦਾ ਹੈ। ਇੱਥੋਂ ਹੀ ਬਾਕੀ ਕੰਟਰੀ ਨੂੰ ਸਪਲਾਈ ਕੀਤਾ ਜਾਂਦਾ ਹੈ। ਹੁਣ ਇਸ ਪੈਰਾਗ੍ਰਾਫ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਹੀ ਕੰਪਨੀ ਵੱਲੋਂ ਯੂਨਾਈਟਿਡ ਸਟੇਟ, ਚਾਈਨਾ, ਮੈਕਸੀਕੋ, ਈਸਟਰਨ ਯੂਰਪ ਦੇ ਕੰਟਰੀ ਨੂੰ ਯੂਜ਼ ਕੀਤਾ ਗਿਆ ਹੈ। ਉਸ ਵੱਲੋਂ ਅਜਿਹਾ ਤਾਂ ਕੀਤਾ ਗਿਆ ਹੈ ਕਿ ਉਸ ਨੂੰ ਡਿਜ਼ਾਈਨ ਬਣਾਉਣਾ
सस्ता ही जिहड़ा चीप वो यूनाइटेड स्टेट विच लगा, उन्हें उत्थे डिजाइन तैयार कर ला, पर उत्थे उन्हें उस प्रोडक्ट की मैਨੂਫੈਕਚਰਿੰग जिहड़ी आ वो कॉस्टली लगदी सी। इस करके उन्हें मैਨੂਫੈਕਚਰਿੰग फिर चाइना दे विच कीती। चाइना विच प्रोडक्ट तैयार करन तो बाद उसने मैक्सीको और ईस्टर्न यूरोप दे विच इसनूं तां एक्सपोर्ट किया क्योंकि अमेरिका दे विच डिजाइन तैयार होए, अमेरिका दे विच भी इस प्रोडक्ट की डिमांड सी। मैक्सीको तो इसनूं फिर अमेरिका दे विच सप्लाई करना ईजी सी एंड इस तरह ईस्टर्न यूरोप कंट्री तो भी इसकी सप्लाई करनी ईजी सी, तां करके इस वालों इत्थे फाइनल प्रोडक्ट नूं असैंबल कर लिया गया। लास्ट लाइन्स में एक्सप्लेन किया गया है कि फिर इसके कस्टमर केयर कॉल सेंटर इंडिया के विच एस्टैबलिश किए गए। असी कोई भी प्रोडक्ट खरीदते हैं, अगर उसके नाल कोई रिलेटेड प्रॉब्लम है असी कस्टमर केयर नूं फोन करते हैं। इस तरह फिर इंडस्ट्रीयल इक्विपमेंट तैयार करने वाली कंपनी ने भी कॉल सेंटर की कस्टमर केयर सेंटर की लोड़ सी। इस कंपनी ने देखा कि साउथ इंडिया के विच इंग्लिश लैंगुएज के नॉन और लिटरेट पीपल रहिंदे आ और इन्हां दी सैलरी डिमांड बाकी कंट्रीज के पीपल्स नालों घट है। सो इन्होंने फिर अपनी कॉस्ट सेव करने वास्ते इंडिया के कॉल सेंटर एस्टैबलिश कर लए। इन्हां कस्टमर केयर सेंटर नूं टैलीकॉम फैसिलिटी एंड इंटरनेट के नाल अटैच किया गया जो कि अब्रॉड फॉरन के कस्टमर नूं अपनी सर्विस दे रहे हैं। नैक्सट टॉपिक साडे को आ जाता है इंटरलिंकिंग प्रोडक्शन अक्रॉस कंट्रीज, मीनिंग विश्व के विच होने वाली प्रोडक्शन नूं एक दूसरे दे नाल जोड़ना। इस टाइटल के अंडर फर्स्ट पैराग्राफ के विच सानूं एक्सप्लेन किया गया है कि एक MNC कंपनी वालों जिस रीजन के विच अपनी प्रोडक्शन यूनिट सैटअप करनी होवे उत्थे स्किल और अनस्किल की अवेलेबिलिटी एंड अदर फैक्टर्स देखे जाते हैं। इस तो इलावा MNC कंपनी वालों उस रीजन के विच गौरमेंट दीयां पॉलिसीज़ की है इंडस्ट्रीलाइजेशन वास्ते वो भी जरूर देखा जाता है। गौरमेंट पॉलिसी विच देखा जाता है कि एक फैक्ट्री वास्ते गौरमेंट ने किहो जे कानून सैटअप किए हुए ने, फैक्ट्री नूं इलैक्ट्रीसिटी किस प्राइस ते प्रोवाइड की जाएगी, उत्थे वर्क करने वाली लेबर नूं फैक्ट्री वालों किहो जिहियां फैसिलिटीज़ देनियां कंपलसरी होणगियां, उत्थे वर्कर दी वेजिस दिहाड़ी कितनी होवेगी और ओनर वालों वर्कर दे कोलों किन्ने आर काम करवाया जा सकता है। इस तो इलावा कंपनी वालों ਜਾਂ फैक्ट्री वालों गौरमेंट नूं इंपोर्ट और एक्सपोर्ट ते किन्ने % टैक्स पे करना पेगा, ये सारा कुछ एवैलूएट किया जाता है। इन्हां सारियां कंडीशन की अश्योरेंस तो बाद ना कंपनी वालों अपनी यूनिट सैटअप की जाती है। कंपनी वालों अपनी प्रोडक्शन यूनिट या ऑफिस सैटअप करने वास्ते जो लैंड बिल्डिंग मशीन या होर समान खरीदने का पैसा खर्च किया जाता है उसनूं इन्वेस्टमेंट आख्या जाता है। इन्वेस्टमेंट का मतलब होंदा कि निवेश करना। निवेश करना मतलब कि असी पहला पैसा किसी काम के उपर लगाना इस आस दे नाल कि आने वाले फ्यूचर दे विच ये काम सानू प्रॉफिट देवेगा। जिवें हुण तुहाडे पेरेंट्स तुहाडे उपर पैसा खर्च करदे पे, तुहानू एजुकेशन दिंदे पे आ, इस आस दे उपर कि आने वाले फ्यूचर दे विच तुसीं उन्हां नू बैनीफिट देओगे, यही एजुकेशन तुहाडे वास्ते इनकम का साधन बनेगी। इस तरह असी कोई भी वर्क करते हैं सब तो पहला आप असी अपने को कुछ पैसा खर्च करते हैं, फिर वो वर्क स्टार्ट करते हैं इस आस दे नाल कि आने वाले समय के साडा गुजारा इस वर्क तो चलेगा, ये सानू प्रॉफिट देवेगा। एक फॉरन कंपनी वालों जो किसी कंट्री में आन के अपना पैसा खर्च किया जाता है, उस कंट्री में आके अपनी प्रोडक्शन यूनिट एस्टैबलिश की जाती है। उस यूनिट को लगाने वास्ते जो मशीनस लैंड या लेबर के उपर पैसा खर्च किया जाता है उसनूं असीं फॉरन इन्वेस्टमेंट विदेशी निवेश आखते हाँ। नैक्सट सानूं दस्सिया गया है कई बारी MNC वालों अपनी प्रोडक्शन यूनिट लोकल कंपनी के नाल जॉइंटली रल के सैटअप की जाती है। लोकल कंपनी मतलब जो एक कंपनी अपनी कंट्री में पहले ही प्रोडक्शन कर रही होवे। अगर कोई हुण कंपनी फॉरन तो आके लोकल कंपनी को सपोर्ट करती है तो लोकल कंपनी इसके दो बैनीफिट हो जाते हैं। फस्ट बैनीफिट होंदा है कि यह फॉरन कंपनी MNC लोकल कंपनी नूं अपनी प्रोडक्शन इनक्रीज करने वास्ते नवा समान खरीदने वास्ते पैसे प्रोवाइड कर दी है, न्यू मशीनस जिहड़ियां प्रोवाइड कर दी है। सैकेंड बैनीफिट होंदा है कि प्रोडक्शन इनक्रीज करने मकसद दे नाल MNC वालों लोकल कंपनी को न्यू टैक्नोलॉजी दी मशीनस प्रोवाइड की जांदियां जो कि लोकल कंपनी अपना बजट घट होने करके अफोर्ड नहीं सी कर सकती। नैक्सट सानू एक्सप्लेन किया गया है कि कई बार MNC बैनीफिट तो इलावा लॉस का कारण भी बन जाती है
क्योंकि अपनी ਹਿਊਜ ਬਜਟ ਦਾ ਕਰਕੇ ਕਈ ਵਾਰੀ ਵੈਲਥ ਦਾ ਕਰਕੇ ਇਸ ਵੱਲੋਂ ਛੋਟੀਆਂ ਲੋਕਲ ਕੰਪਨੀਆਂ ਜਿਨ੍ਹਾਂ ਦੇ ਨਾਲ ਜੁਆਇੰਟਲੀ ਨਾਲ ਪ੍ਰੋਡਕਸ਼ਨ ਕੀਤੀ ਹੁੰਦੀ ਹੈ ਹੌਲੀ ਹੌਲੀ ਉਹਨਾਂ ਨੂੰ ਖਰੀਦ ਲਿਆ ਜਾਂਦਾ ਹੈ ਔਰ ਛੋਟੀ ਕੰਪਨੀ ਦੀ ਐਗਜ਼ਿਸਟੈਂਸ ਹੋਂਦ ਖਤਮ ਕਰ ਦਿੱਤੀ ਜਾਂਦੀ ਹੈ। ਇਸ ਪੁਆਇੰਟ ਨੂੰ ਕਲੀਅਰ ਕਰਨ ਵਾਸਤੇ NCERT ਬੁੱਕ ਵਿੱਚ ਸਾਡੇ ਕੋਲ ਇੱਕ ਐਗਜ਼ਾਮਪਲ ਦਿੱਤੀ ਗਈ ਹੈ ਕਿ ਇੱਕ MNC ਕੰਪਨੀ ਹੈ ਅਮਰੀਕਾ ਦੀ ਕਾਰਗਿਲ ਫੂਡ ਕੰਪਨੀ। ਇਸ ਕੰਪਨੀ ਵੱਲੋਂ ਕੁਝ ਸਮਾਂ ਪਹਿਲਾਂ ਇੰਡੀਆ ਦੀ ਇੱਕ ਕੰਪਨੀ ਹੈ ਪਾਰਕ ਫੂਡ ਕੰਪਨੀ, ਉਸ ਦੇ ਨਾਲ ਰਲ ਕੇ ਪ੍ਰੋਡਕਸ਼ਨ ਕਰਨੀ ਸ਼ੁਰੂ ਕੀਤੀ ਗਈ ਸੀ। ਪਾਰਕ ਕੰਪਨੀ ਆਖਿਆ ਗਿਆ ਹੈ ਕਿ ਇੰਡੀਆ ਦੀ ਬਹੁਤ ਵਧੀਆ ਕੰਪਨੀ ਸੀ ਜੋ ਕਿ ਫੂਡ ਦੇ ਨਾਲ ਰਿਲੇਟਡ ਪ੍ਰੋਡਕਟ ਤਿਆਰ ਕਰਦੀ ਸੀ। ਇਸ ਤੋਂ ਇਲਾਵਾ ਇਹਦੇ 4 ਆਇਲ ਰਿਫਾਈਨਰੀ ਸਨ ਜੋ ਕਿ ਹੁਣ ਸਾਰਾ ਕੁਝ ਕਾਰਗਿਲ ਕੰਪਨੀ ਵਿੱਚ ਸ਼ਿਫਟ ਹੋ ਗਿਆ ਹੈ। ਸ਼ਿਫਟ ਹੋ ਗਿਆ ਮਤਲਬ ਕਿ ਕਾਰਗਿਲ ਕੰਪਨੀ ਨੇ ਪਾਰਕ ਕੰਪਨੀ ਦੀ ਪ੍ਰੋਡਕਸ਼ਨ ਦਾ ਜੋ ਹਿੱਸਾ ਸੀ ਉਹ ਵੀ ਆਪ ਖਰੀਦ ਲਿਆ। ਆਪਣਾ ਬਿਜ਼ਨਸ ਵਧਾਉਂਦੇ ਹੋਏ ਕਾਰਗਿਲ ਕੰਪਨੀ ਵੱਲੋਂ ਹੁਣ ਇਕੱਲਿਆਂ ਹੀ ਪ੍ਰੋਡਕਸ਼ਨ ਕੀਤੀ ਜਾਂਦੀ ਹੈ। ਇਸ ਕੰਪਨੀ ਵੱਲੋਂ ਇੰਡੀਆ ਦੇ ਵਿੱਚ ਈਡੀਬਲ ਜੋ ਫੂਡ ਵਾਸਤੇ ਆਇਲ ਯੂਜ਼ ਕੀਤਾ ਜਾਂਦਾ ਹੈ ਉਸ ਦੀ ਪ੍ਰੋਡਕਸ਼ਨ ਕੀਤੀ ਜਾਂਦੀ ਹੈ ਅਤੇ ਡੇਲੀ ਇਸ ਵੱਲੋਂ 5 ਮਿਲੀਅਨ ਪਾਊਚ ਸੇਲ ਕੀਤੇ ਜਾਂਦੇ ਨੇ। ਨੈਕਸਟ ਐਕਸਪਲੇਨ ਕੀਤਾ ਗਿਆ ਹੈ ਕਿ MNC ਵੱਲੋਂ ਪ੍ਰੋਡਕਸ਼ਨ ਉੱਪਰ ਇੱਕ ਹੋਰ ਮੀਡੀਅਮ ਰਾਹੀਂ ਕੰਟਰੋਲ ਕੀਤਾ ਜਾਂਦਾ ਹੈ ਜਿਸ ਦੇ ਨਾਲ ਇਸ ਵੱਲੋਂ ਆਪਣੀ ਕੰਪਨੀ ਨਾਲ ਸੰਬੰਧਿਤ ਮਟੀਰੀਅਲ ਲੋਕਲ ਔਰ ਸਮਾਲ ਜੋ ਇੰਡਸਟਰੀਜ਼ ਨੇ ਉਹਨਾਂ ਵੱਲੋਂ ਤਿਆਰ ਕਰਵਾ ਲਿਆ ਜਾਂਦਾ ਹੈ ਔਰ ਆਪਣਾ ਨੇਮ ਬ੍ਰਾਂਡ ਲਗਾ ਕੇ ਸੇਲ ਕਰ ਦਿੱਤਾ ਜਾਂਦਾ ਹੈ। ਐਗਜ਼ਾਮਪਲ ਦੇ ਤੌਰ ਤੇ ਦੇਖਿਆ ਜਾਵੇ ਆਪਣੇ ਲੋਕਲ ਵਿਲੇਜਸ ਵਿੱਚ ਬਹੁਤ ਸਾਰੀਆਂ ਵੂਮੈਨਸ ਫੁੱਟਬਾਲ ਸੀਨ ਜਾਂ ਪਲੇਨ ਕੱਪੜੇ ਦੇ ਉੱਪਰ ਐਮਬਰੋਇਡਰੀ ਕਢਾਈ ਕਰਨ ਦਾ ਕੰਮ ਕਰਦੀਆਂ ਨੇ। ਇਹਨਾਂ ਫੁੱਟਬਾਲ ਦੇ ਉੱਪਰ ਜਾਂ ਕਲੌਥ ਦੇ ਉੱਪਰ ਕਿਸੇ ਵੀ ਕੰਪਨੀ ਦਾ ਟੈਗ ਨਹੀਂ ਲੱਗਾ ਹੁੰਦਾ, ਬਟ ਜਦੋਂ ਵੂਮੈਨਸ ਵੱਲੋਂ ਇਹ ਸਮਾਨ ਤਿਆਰ ਕਰ ਦਿੱਤਾ ਜਾਂਦਾ ਹੈ ਫਿਰ ਕੋਈ ਵੀ ਕੰਪਨੀ ਬੇਸ਼ੱਕ ਉਹ ਕੋਈ ਵੱਡਾ ਨਾਇਕ ਐਡੀਡਾਸ ਕੋਈ ਵੀ ਬ੍ਰਾਂਡ ਹੋਵੇ ਉਹ ਆਪਣਾ ਬ੍ਰਾਂਡ ਲਗਾ ਕੇ ਇਹਨਾਂ ਨੂੰ ਮਾਰਕੀਟ ਦੇ ਵਿੱਚ ਸੇਲ ਕਰ ਦਿੰਦੀਆਂ ਨੇ। ਇਸ ਵੇ ਦੇ ਨਾਲ ਕੰਪਨੀਜ਼ ਆਪ 'ਤੇ ਬਹੁਤ ਵਧੀਆ ਬੈਨੀਫਿਟ ਲੈ ਜਾਂਦੀਆਂ ਨੇ ਪਰ ਇੰਨੀ ਮਿਹਨਤ ਕਰਨ ਵਾਲੀਆਂ ਔਰਤਾਂ ਵੂਮੈਨਸ ਨੂੰ ਕੋਈ ਜ਼ਿਆਦਾ ਬੈਨੀਫਿਟ ਨਹੀਂ ਹੁੰਦਾ। ਐਂਡ MNC ਕੰਪਨੀਜ਼ ਆਪਣੀ ਵੈਲਥ ਪਾਵਰ ਦੇ ਨਾਲ ਪ੍ਰੋਡਕਸ਼ਨ ਦੇ ਪ੍ਰਾਈਸ, ਕੁਆਲਿਟੀ, ਡਿਲੀਵਰੀ ਅਤੇ ਲੇਬਰ ਕੰਡੀਸ਼ਨ ਨੂੰ ਆਪਣੀ ਮਰਜ਼ੀ ਦੇ ਨਾਲ ਨਿਸ਼ਚਿਤ ਕਰਦੀਆਂ ਹਨ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇੱਕ MNC ਕੰਪਨੀ ਵੱਲੋਂ ਕਿਸੇ ਵੀ ਕੰਟਰੀ ਦੇ ਵਿੱਚ ਪ੍ਰੋਡਕਸ਼ਨ ਨੂੰ ਅਫੈਕਟ ਕਰਨ ਦੇ ਕਈ ਤਰੀਕੇ ਅਪਣਾਏ ਜਾਂਦੇ ਨੇ। ਆਪਣੀ ਯੂਨਿਟ ਸੈਪਰੇਟ ਐਸਟੈਬਲਿਸ਼ ਕਰ ਲਈ ਜਾਂਦੀ ਹੈ ਜਾਂ ਲੋਕਲ ਕੰਪਨੀ ਦੇ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਸੈਕੰਡ ਪੁਆਇੰਟ ਦੇ ਅਕੋਰਡਿੰਗ ਕਿ ਕਈ ਵਾਰ ਲੋਕਲ ਕੰਪਨੀਜ਼ ਨੂੰ ਆਪਣੇ ਬ੍ਰਾਂਡ ਦੀਆਂ ਥਿੰਗਸ ਸੇਲ ਕਰਨ ਵਾਸਤੇ ਯੂਜ਼ ਕੀਤਾ ਜਾਂਦਾ ਹੈ। ਥਰਡ ਪੁਆਇੰਟ ਦੇ ਅਕੋਰਡਿੰਗ ਜੋ ਅਸੀਂ ਕਾਰਗਿਲ ਕੰਪਨੀ ਦੀ ਐਗਜ਼ਾਮਪਲ ਰੀਡ ਕੀਤੀ ਹੈ ਕਿ ਕਈ ਵਾਰੀ MNC ਕੰਪਨੀ ਵੱਲੋਂ ਲੋਕਲ ਕੰਪਨੀ ਨੂੰ ਕੰਪੀਟੀਸ਼ਨ ਦੇ ਵਿੱਚ ਹਰਾ ਕੇ ਉਸ ਨੂੰ ਲਾਸ ਦੇ ਵਿੱਚ ਕਰਕੇ ਬਾਹਰ ਕਰ ਦਿੱਤਾ ਜਾਂਦਾ ਹੈ ਜਾਂ ਉਸ ਲੋਕਲ ਕੰਪਨੀ ਨੂੰ ਖਰੀਦ ਕੇ ਉਸ ਦੀ ਐਗਜ਼ਿਸਟੈਂਸ ਖਤਮ ਕਰ ਦਿੱਤੀ ਜਾਂਦੀ ਹੈ। ਲਾਸਟ ਦੇ ਵਿੱਚ ਫਿਰ ਐਕਸਪਲੇਨ ਕੀਤਾ ਜਾਂਦਾ ਹੈ ਕਿ ਇਸ ਤਰ੍ਹਾਂ ਫਿਰ MNC ਕੰਪਨੀ ਵੱਲੋਂ ਡਿਸਟੈਂਟ ਪਲੇਸ ਦੇ ਉੱਪਰ ਕੀਤੀ ਜਾਂਦੀ ਪ੍ਰੋਡਕਸ਼ਨ ਦੇ ਉੱਪਰ ਵੀ ਆਪਣਾ ਪ੍ਰਭਾਵ ਪਾਇਆ ਜਾਂਦਾ ਹੈ ਔਰ ਇਸ ਇਨਫਲੂਐਂਸ ਦੇ ਰਿਜ਼ਲਟ ਵਜੋਂ ਦੂਰ ਦਰੇਡੇ ਇਲਾਕੇ ਵਿੱਚ ਕੀਤੀ ਜਾਂਦੀ ਪ੍ਰੋਡਕਸ਼ਨ ਇੱਕ ਦੂਸਰੇ ਨਾਲ ਇੰਟਰਲਿੰਕਿੰਗ ਰਹਿੰਦੀ ਹੈ। ਨੈਕਸਟ ਟੌਪਿਕ ਸਾਡੇ ਕੋਲ ਆ ਜਾਂਦਾ ਹੈ ਫੋਰਨ ਟ੍ਰੇਡ ਐਂਡ ਇੰਟੀਗ੍ਰੇਸ਼ਨ ਆਫ ਮਾਰਕੀਟਸ, ਵਿਦੇਸ਼ੀ ਵਪਾਰ ਅਤੇ ਬਾਜ਼ਾਰਾਂ ਦਾ ਏਕੀਕਰਨ। ਲੰਬੇ ਸਮੇਂ ਤੱਕ ਸਿਰਫ ਟ੍ਰੇਡ ਹੀ ਇੱਕ ਅਜਿਹਾ ਮੀਡੀਅਮ ਸੀ ਜਿਸ ਦੇ ਨਾਲ ਕੰਟਰੀਜ਼ ਆਪਸ ਵਿੱਚ ਇੱਕ ਦੂਸਰੇ ਨਾਲ ਜੁੜੇ ਰਹਿੰਦੇ ਸਨ, ਕਨੈਕਟ ਰਹਿੰਦੇ ਸਨ। ਜੇਕਰ ਅਸੀਂ ਪ੍ਰੀਵੀਅਸ ਹਿਸਟਰੀ ਦੇਖੀਏ ਤਾਂ ਅਸੀਂ ਦੇਖਦੇ ਹਾਂ ਕਿ ਬ੍ਰਿਟਿਸ਼ ਕੰਪਨੀ ਇੰਡੀਆ ਦੇ ਵਿੱਚ ਸਿਰਫ ਆਪਣੇ ਟ੍ਰੇਡ ਇੰਟਰਸਟ ਦਾ ਕਰਕੇ ਹੀ ਆਈਆਂ ਸਨ। ਫੋਰਨ ਟ੍ਰੇਡ ਦੇ ਬੇਸਿਕ ਫੈਕਟ ਕੀ ਆ, ਇਸ ਦੇ ਸਾਨੂੰ ਬੈਨੀਫਿਟ ਵੀ ਹੁੰਦੇ ਨੇ ਔਰ ਇਸ ਦਾ ਕੁਝ ਲਾਸ ਵੀ ਹੁੰਦਾ ਹੈ ਲੋਕਲ ਮਾਰਕੀਟਸ ਨੂੰ। ਬੈਨੀਫਿਟ ਇਹਦਾ ਫਸਟ ਇਹ ਹੁੰਦਾ ਹੈ ਕਿ ਪ੍ਰੋਡਿਊਸਰ ਨੂੰ ਇੱਕ ਮੌਕਾ ਮਿਲ ਜਾਂਦਾ ਕਿ ਉਹਨੇ ਜੋ ਵੀ ਆਪਣੀਆਂ ਥਿੰਗਸ ਪ੍ਰੋਡਿਊਸ ਕੀਤੀਆਂ ਹੈ ਉਹ ਆਪਣੀ ਲੋਕਲ ਮਾਰਕੀਟ ਤੋਂ ਇਲਾਵਾ ਫੋਰਨ ਕੰਪਨੀ ਦੇ ਵਿੱਚ ਇਹਨਾਂ ਨੂੰ ਸੇਲ ਕਰ ਸਕਦਾ ਹੈ। ਐਗਜ਼ਾਮਪਲ ਦੇ ਤੌਰ 'ਤੇ ਮੰਨ ਲਓ ਕਿ ਸਾਡੀ ਰੈਡੀਮੇਡ ਗਾਰਮੈਂਟ ਦੀ ਕੰਪਨੀ ਹੈ। ਅਗਰ ਰੈਡੀਮੇਡ ਗਾਰਮੈਂਟ ਦੀ ਕੰਪਨੀ ਹੋਏਗੀ ਔਰ ਇੰਟਰਨੈਸ਼ਨਲ ਫੋਰਨ ਟ੍ਰੇਡ 'ਤੇ ਕੋਈ ਰੈਸਟ੍ਰਿਕਸ਼ਨ ਨਾ ਹੋਣਗੀਆਂ ਫਿਰ ਸਾਨੂੰ ਬੈਨੀਫਿਟ ਇਹ ਕਿ ਅਸੀਂ ਲੋਕਲ ਮਾਰਕੀਟ ਤੋਂ ਇਲਾਵਾ ਆਪਣੇ ਗਾਰਮੈਂਟਸ ਫੋਰਨ ਕੰਟਰੀ ਦੇ ਵਿੱਚ ਜਾ ਕੇ ਸੇਲ ਕਰ ਸਕਦੇ ਹਾਂ। ਇਸ ਦੇ ਨਾਲ ਸਾਨੂੰ ਫੋਰਨ ਦੇ ਵਿੱਚ ਜਾ ਕੇ ਵੱਧ ਪ੍ਰਾਈਜ਼ ਮਿਲ ਸਕਦਾ ਹੈ, ਸਾਨੂੰ ਪ੍ਰੋਫਿਟ ਜ਼ਿਆਦਾ ਹੋ ਸਕਦਾ ਹੈ। ਨਾਲ ਦੀ ਨਾਲ ਫੋਰਨ ਦੇ ਵਿੱਚ ਜੋ ਕੰਪਨੀਜ਼ ਪਹਿਲਾਂ ਹੀ ਗਾਰਮੈਂਟਸ ਸੇਲ ਕਰਦੀਆਂ ਹੋਣਗੀਆਂ ਉਹਨਾਂ ਵਾਸਤੇ ਇੱਕ ਨਵਾਂ ਕੰਪੀਟੀਟਰ ਮਾਰਕੀਟ ਦੇ ਵਿੱਚ ਆ ਜਾਂਦਾ ਹੈ। ਇਸ ਤੋਂ ਇਲਾਵਾ ਇੱਕ ਬਾਇਰ, ਇੱਕ ਖਰੀਦਦਾਰ ਹੈ ਜਿਹੜਾ ਉਸ ਦੇ ਕੋਲ ਵੀ ਚੋਇਸ ਆ ਜਾਂਦੀ ਕਿ ਉਹ ਆਪਣੇ ਕੰਟਰੀ ਦੀ ਪ੍ਰੋਡਕਸ਼ਨ ਦੇ ਪ੍ਰੋਡਕਟ ਅਗਰ
ਪਸੰਦ ਨਹੀਂ ਕਰਦਾ ਤਾਂ ਉਹ ਫੋਰਨ ਕੰਟਰੀ ਦੇ ਵਿੱਚ ਜੋ ਪ੍ਰੋਡਕਸ਼ਨ ਕੀਤੀ ਜਾਂਦੀ ਹੈ ਉਸੇ ਪ੍ਰੋਡਕਟ ਨੂੰ ਆਪਣੇ ਕੰਟਰੀ ਵਿੱਚ ਇੰਪੋਰਟ ਕਰ ਸਕਦਾ ਹੈ। ਨੈਕਸਟ ਬੁੱਕ ਦੇ ਉੱਪਰ ਸਾਨੂੰ ਚਾਈਨੀਜ਼ ਟੋਏ ਦੀ ਐਗਜ਼ਾਮਪਲ ਦੇ ਕੇ ਐਕਸਪਲੇਨ ਕੀਤਾ ਗਿਆ ਹੈ ਕਿ ਫੋਰਨ ਟ੍ਰੇਡ ਕਿਵੇਂ ਲੋਕਲ ਟ੍ਰੇਡ ਨੂੰ ਇਫੈਕਟ ਕਰਦਾ ਹੈ। ਇੱਥੇ ਐਕਸਪਲੇਨ ਕੀਤਾ ਗਿਆ ਹੈ ਕਿ ਚਾਈਨੀਜ਼ ਟੋਇਜ਼ ਮੈਨੂਫੈਕਚਰਿੰਗ ਕੰਪਨੀ ਨੂੰ ਜਦੋਂ ਪਤਾ ਲੱਗਾ ਕਿ ਅਸੀਂ ਇੰਡੀਆ ਦੇ ਵਿੱਚ ਟੋਇਜ਼ ਦੀ ਡਿਮਾਂਡ ਦੇ ਅਨੁਸਾਰ ਐਕਸਪੋਰਟ ਕਰ ਸਕਦੇ ਹਾਂ ਤਾਂ ਉਹਨਾਂ ਨੇ ਪਲਾਸਟਿਕ ਦੇ ਟੋਇਜ਼ ਇੰਡੀਆ ਦੇ ਵਿੱਚ ਐਕਸਪੋਰਟ ਕਰਨੇ ਸ਼ੁਰੂ ਕਰ ਦਿੱਤੇ। ਇੰਡੀਆ ਵਿੱਚ ਜੋ ਟੋਏ ਦੇ ਬਾਇਰ ਸਨ, ਖਰੀਦਦਾਰ ਸਨ, ਪਹਿਲਾਂ ਉਹਨਾਂ ਦੇ ਕੋਲ ਕੋਈ ਆਪਸ਼ਨ ਨਹੀਂ ਸੀ। ਇੰਡੀਆ ਦੇ ਟੋਇਜ਼ ਸੇਲਰ ਉਹਨਾਂ ਨੂੰ ਆਪਣੀ ਮਨਪਸੰਦ ਦੇ ਰੇਟ ਦੇ ਨਾਲ ਟੋਇਜ਼ ਵੇਚਦੇ ਸਨ। ਬਟ ਹੁਣ ਬਾਇਰਸ ਦੇ ਕੋਲ ਮਾਰਕੀਟ ਦੇ ਵਿੱਚ 2 ਆਪਸ਼ਨ ਅਵੇਲੇਬਲ ਹੋ ਗਈਆਂ। ਇੰਡੀਆ ਦੇ ਟੋਏ ਦੇ ਕੰਪੈਰੀਜ਼ਨ ਚਾਈਨੀਜ਼ ਟੋਇਜ਼ ਚੀਪ ਸਨ, ਜਿਸ ਦੇ ਰਿਜ਼ਲਟ ਵਜੋਂ ਇੰਡੀਆ ਦੇ ਬਾਇਰ ਨੇ ਚਾਈਨੀਜ਼ ਟੋਇਜ਼ ਪਰਚੇਜ਼ ਕਰਨੇ ਸ਼ੁਰੂ ਕਰ ਦਿੱਤੇ ਅਤੇ ਵਿਦਨ ਈਅਰ 1 ਸਾਲ ਦੇ ਅੰਦਰ ਸਾਰੀਆਂ ਇੰਡੀਆ ਦੀਆਂ ਜੋ ਟੋਇਜ਼ ਸ਼ਾਪ ਸਨ ਉਹਨਾਂ ਨੇ ਇੰਡੀਅਨ ਟੋਇਜ਼ ਰਿਪਲੇਸ ਕਰਕੇ 70 to 80% ਟੋਇਜ਼ ਚਾਈਨੀਜ਼ ਕੰਪਨੀਆਂ ਦੇ ਸੇਲ ਕਰਨੇ ਸ਼ੁਰੂ ਕਰ ਦਿੱਤੇ। ਨੈਕਸਟ ਇੱਕ ਕੁਐਸਚਨ ਰੇਜ਼ ਕੀਤਾ ਗਿਆ ਹੈ, ਵਾਟ ਇਜ਼ ਹੈਪਨਿੰਗ ਹੇਅਰ, ਫਿਰ ਇੱਥੇ ਕੀ ਹੋਇਆ, ਜਿਸ ਦੇ ਆਨਸਰ ਵਿੱਚ ਦੱਸਿਆ ਗਿਆ ਹੈ ਐਜ਼ ਅ ਰਿਜ਼ਲਟ ਆਫ ਟ੍ਰੇਡ ਕਿ ਚਾਈਨੀਜ਼ ਟੋਏ ਦੇ ਟ੍ਰੇਡ ਵਪਾਰ ਦਾ ਕਰਕੇ ਇੰਡੀਆ ਦੇ ਟੋਇਜ਼ ਨੂੰ ਇੱਕ ਕੰਪੀਟੀਟਰ ਦਾ ਸਾਹਮਣਾ ਕਰਨਾ ਪਿਆ ਕਿ ਉਸ ਦੇ ਮੁਕਾਬਲੇ ਇੱਕ ਹੋਰ ਟੋਇਜ਼ ਆ ਗਏ। ਇਸ ਕੰਪੀਟੀਸ਼ਨ ਦੇ ਵਿੱਚ ਚਾਈਨੀਜ਼ ਟੋਇਜ਼ ਇੰਡੀਅਨ ਟੋਇਜ਼ ਦੇ ਮੁਕਾਬਲੇ ਜ਼ਿਆਦਾ ਬੈਟਰ ਅਤੇ ਜ਼ਿਆਦਾ ਚੀਪਲੀ ਸਾਬਿਤ ਹੋਏ, ਜਿਸ ਦੇ ਰਿਜ਼ਲਟ ਵਜੋਂ ਚਾਈਨੀਜ਼ ਟੋਇਜ਼ ਦਾ ਬਿਜ਼ਨਸ ਇੰਡੀਆ ਦੇ ਵਿੱਚ ਐਕਸਪੈਂਡ ਹੋ ਗਿਆ ਐਂਡ ਇਸ ਦੇ ਓਪੋਜਿਟ ਜੋ ਇੰਡੀਅਨ ਟੋਇਜ਼ ਪ੍ਰੋਡਿਊਸਰ ਸਨ ਉਹਨਾਂ ਨੂੰ ਲਾਸ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਮਾਰਕੀਟ ਦੇ ਵਿੱਚ ਆਪਣੀ ਐਗਜ਼ਿਸਟੈਂਸ ਬਣਾਈ ਰੱਖਣ ਵਾਸਤੇ ਉਹਨਾਂ ਨੂੰ ਆਪਣੇ ਟੋਇਜ਼ ਲੋ ਪ੍ਰਾਈਸ 'ਤੇ ਸੇਲ ਕਰਨੇ ਪਏ। ਇਸ ਤਰ੍ਹਾਂ ਓਪਨਿੰਗ ਟ੍ਰੇਡ ਦਾ ਕਰਕੇ ਥਿੰਗਸ ਇੱਕ ਮਾਰਕੀਟ ਤੋਂ ਦੂਸਰੀ ਮਾਰਕੀਟ ਦੇ ਵਿੱਚ ਪਹੁੰਚ ਜਾਂਦੀਆਂ ਨੇ ਅਤੇ ਅਸੀਂ ਜਦੋਂ ਮਾਰਕੀਟ ਦੇ ਵਿੱਚ ਕੋਈ ਚੀਜ਼ ਖਰੀਦਣ ਜਾਂਦੇ ਹਾਂ, ਬਾਏ ਕਰਨ ਜਾਂਦੇ ਹਾਂ, ਤਾਂ ਸਾਡੇ ਕੋਲ ਲੋਕਲ ਪ੍ਰੋਡਕਟ ਖਰੀਦਣ ਦੇ ਨਾਲ ਫੋਰਨ ਦੇ ਪ੍ਰੋਡਕਟ ਵੀ ਖਰੀਦਣ ਦੀ ਚੋਇਸ ਹੁੰਦੀ ਹੈ। ਇਸ ਤਰ੍ਹਾਂ ਫੋਰਨ ਟ੍ਰੇਡ ਮਾਰਕੀਟਸ ਨੂੰ ਇੰਟੀਗ੍ਰੇਸ਼ਨ ਕਰਨ ਦਾ ਵਰਕ ਕਰਦਾ ਹੈ।